ਦੋਸਤੋ ਅੱਜ ਗੱਲਬਾਤ ਜਿਹੜੀ ਹੈਗੀ ਹੈ ਰਾਜਨੀਤੀ ਦੇ ਉੱਤੇ ਹੋਊਗੀ ਕਿਉਂਕਿ ਖਾਸ ਕਰਕੇ ਜਦੋਂ ਦਾ ਅਸੀਂ ਸਿਸਟਮ ਦੇਖ ਰਹੇ ਹਾਂ ਕਿ ਲਗਾਤਾਰ ਗੱਲ ਵੀ ਚੱਲਦੀ ਹੈ ਕਿ ਜਿਹੜਾ ਰਾਜਨੀਤਿਕ ਸਿਸਟਮ ਹੈ ਉਹ ਸਿਸਟਮ ਗੰਧਲਾ ਹੋ ਗਿਆ। ਅਕਾਲੀਆਂ ਨੇ ਰਾਜ ਕੀਤਾ, ਬੀਜੇਪੀ ਨੇ ਰਾਜ ਕੀਤਾ ਕਿ ਸਿਸਟਮ ਸਾਰਾ ਕਰਪਟ ਹੋ ਗਿਆ। ਇਸੇ ਕਰਪਟ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਜਿਹਦੇ ਤੇ ਅੱਜ ਗੱਲਬਾਤ ਹੋਊਗੀ ਕਿ ਆਮ ਆਦਮੀ ਪਾਰਟੀ ਰਾਜ ਸਭਾ ਦੇ ਵਿੱਚ ਸਮਰਥਨ ਭਾਲ ਰਹੀ ਹੈ ਕਾਂਗਰਸ ਦਾ। ਉੱਥੇ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਉਹ ਇੱਕ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਫੈਸਲਾ ਗਿਆ ਸੀ। ਦਿੱਲੀ ਦਾ ਜਿਹੜਾ ਦਿੱਲੀ ਦੀ ਅਥਾਰਟੀ ਦੇ ਉੱਤੇ ਸੀ, ਉਸ ਤੋਂ ਬਾਅਦ ਇੱਕ ਆਰਡੀਨੈਂਸ ਲੈ ਕੇ ਆ ਜਾਂਦੀ ਹੈ ਬੀਜੇਪੀ ਸਰਕਾਰ, ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਆਹ ਤਾਂ ਡੈਮੋਕ੍ਰੇਸੀ ਦੇ ਉੱਤੇ ਡੈਂਟ ਹੈ, ਲੋਕਤੰਤਰ ਦਾ ਆਹ ਘਾਣ ਹੈ, ਰਾਜ ਸਭਾ ਦੇ ਵਿੱਚ ਅਸੀਂ ਚੈਲੰਜ ਕਰਾਂਗੇ। ਤੇ ਕਾਂਗਰਸ ਨੂੰ ਉਹ ਆਪਣੇ ਨਾਲ ਸਾਥ ਦੇਣ ਦੀ ਅਪੀਲ ਕਰ ਰਹੇ ਨੇ। ਜਿਹੜੀ ਪੰਜਾਬ ਦੀ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਹੈ, ਇਹ ਜਾ ਕੇ ਆਪਣੀ ਹਾਈ ਕਮਾਂਡ ਰਾਹੁਲ ਗਾਂਧੀ, ਮੱਲਿਕਾਰਜੁਨ ਖੜਗੇ ਜਾਂ ਵੇਣੂਗੋਪਾਲ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਜਾ ਕੇ ਮਿਲਦੀ ਹੈ ਕਿ ਤੁਸੀਂ ਇਹਨਾਂ ਦਾ ਸਾਥ ਨਾ ਦਿਓ। ਜੇਕਰ ਤੁਸੀਂ ਕੋਈ ਫੈਸਲਾ ਲੈਣਾ ਵੀ ਹੈ ਤਾਂ ਇੱਕ ਵਾਰ ਸਾਨੂੰ ਪੁੱਛ ਲਿਓ। ਸਾਡੇ ਨਾਲ ਤੁਸੀਂ ਹਿਮਾਚਲ ਨਾਲ ਸਲਾਹ ਵੀ ਕਰ ਲਿਓ, ਹਰਿਆਣੇ ਦੇ ਨਾਲ ਸਲਾਹ ਵੀ ਤੁਸੀਂ ਕਰ ਲਿਓ, ਤੁਸੀਂ ਕਰਨਾਟਕ ਦੇ ਨਾਲ ਵੀ ਜਿਹੜੀ ਹੈਗੀ ਆਪਣੀ ਉਹ ਸਲਾਹ ਕਰ ਲਿਓ। ਤੇ ਕੀ ਹੋ ਸਕਦਾ, ਕਿਉਂਕਿ 2013 ਦੇ ਵਿੱਚ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਦਾ ਸੀ, ਜਿਹਦੇ ਚੋਂ ਬੀਜੇਪੀ ਨੇ ਵੱਡੀ ਸਰਕਾਰ ਬਣਾਈ ਤੇ ਇੱਕ ਛੋਟੀ ਪਾਰਟੀ ਆਮ ਆਦਮੀ ਪਾਰਟੀ ਨਿਕਲੀ ਜਿਹਨੇ ਦਿੱਲੀ ਦੇ ਉੱਪਰ ਆਪਣਾ ਰਾਜ ਕਾਇਮ ਕੀਤਾ, ਤਾਂ ਉਦੋਂ ਆਹ ਸਾਰਾ ਪ੍ਰੋਟੈਸਟ ਸੀ ਅੰਨਾ ਹਜ਼ਾਰੇ ਦਾ, ਜਿਹਦੇ ਚੋਂ ਆਹ ਧਿਰਾਂ ਨਿਕਲੀਆਂ ਸਿਆਸੀ, ਆਹ ਸਾਰੀਆਂ ਹੀ ਜਿਹੜੀਆਂ ਹੈਗੀਆਂ ਸੀ ਖਿਲਾਫ ਸੀ ਕਾਂਗਰਸ ਦੇ। ਪਰ ਅੱਜ ਆਮ ਆਦਮੀ ਪਾਰਟੀ ਕਾਂਗਰਸ ਦਾ ਸਾਥ ਮੰਗ ਰਹੀ ਹੈ। ਇਸੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ। ਮਿਹਰਬਾਨੀ ਜੀ, ਤੁਹਾਡੇ ਰਾਹੀਂ ਸਰੋਤਿਆਂ ਨਾਲ ਜੁੜਦੇ ਹਾਂ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ, ਕਿਵੇਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਸਾਥ ਮੰਗਣਾ ਕਾਂਗਰਸ ਤੋਂ? ਅਸਲ ਵਿੱਚ ਥੋੜ੍ਹਾ ਜਿਹਾ ਆਪਾਂ ਇਹਦੀ ਬੈਕਗਰਾਊਂਡ 'ਚ ਜਾਈਏ ਕਿ ਜਦੋਂ ਇਹ ਅੰਦੋਲਨ ਚੱਲਿਆ, ਇਹ ਅੰਦੋਲਨ ਬੇਸਿਕਲੀ ਕਾਂਗਰਸ ਦੇ ਖਿਲਾਫ ਸੀ। ਕਾਂਗਰਸ ਦੇ ਖਿਲਾਫ ਕਿਉਂ ਸੀ? ਕਿਉਂਕਿ ਕਾਂਗਰਸ ਉਦੋਂ ਸੱਤਾ ਧਿਰ ਸੀ। ਅੰਦੋਲਨ ਹਮੇਸ਼ਾ ਹੀ ਜਿਹੜੀ ਸੱਤਾ ਧਿਰ ਹੁੰਦੀ ਹੈ, ਜਿਹਦੇ ਕੋਲ ਤਾਕਤ ਹੁੰਦੀ ਹੈ, ਉਹਦੀਆਂ ਕੁਛ ਇੱਦਾਂ ਦੀਆਂ ਗਤੀਵਿਧੀਆਂ, ਉਹਦੀਆਂ ਕਾਰਵਾਈਆਂ ਦੇ ਅਗੇਂਸਟ ਹੁੰਦੇ ਨੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਇਹ ਠੀਕ ਕੰਮ ਕਰਨਾ ਤੇ ਠੀਕ ਆਹ ਵਾਲਾ ਕੰਮ ਠੀਕ ਹੈ। ਪਰੰਤੂ ਜਦੋਂ ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਨੇ, ਕੁਦਰਤੀ ਹੈ ਸੱਤਾ ਧਿਰ ਦੇ ਖਿਲਾਫ ਇਸ ਤਰ੍ਹਾਂ ਦੇ ਅੰਦੋਲਨ ਹੁੰਦੇ ਨੇ। ਪਰੰਤੂ ਸਮੇਂ-ਸਮੇਂ ਦੇ ਅੰਦੋਲਨਾਂ ਦੇ ਵਿੱਚ ਵੀ ਇੱਕ ਗੱਲ ਨੂੰ ਲੈ ਕੇ ਕੋਈ ਰਾਜਨੀਤੀ ਕੀਤੀ ਜਾਂਦੀ ਹੈ। ਉਸ ਗੱਲ ਦੇ ਵਿੱਚ ਅੰਦੋਲਨ ਕਰਪਸ਼ਨ ਦੇ ਖਿਲਾਫ ਸੀ, ਪਰੰਤੂ ਕਰਪਸ਼ਨ ਦੇ ਖਿਲਾਫ ਹੁੰਦਾ ਹੋਇਆ ਉਹ ਅੰਦੋਲਨ ਪੂਰੀ ਕਾਂਗਰਸ ਦੇ ਖਿਲਾਫ ਤੇ ਕਾਂਗਰਸ ਦੀ ਜਿਹੜੀ ਵਿਰੋਧੀ ਧਿਰ ਸੀ, ਜਿਹਨੂੰ ਆਪਾਂ ਭਾਰਤੀ ਜਨਤਾ ਪਾਰਟੀ ਕਹਿੰਦੇ ਆ, ਕੁੱਲ ਮਿਲਾ ਕੇ ਅੰਤ ਦੇ ਵਿੱਚ ਚੋਣਾਂ ਸਮੇਂ ਉਹ ਉਹਦੇ ਹੱਕ 'ਚ ਭੁਗਤ ਗਿਆ। ਪਰੰਤੂ ਉਸ ਸਮੇਂ ਇੱਕ ਧਿਰ ਬੀਜੇਪੀ ਤੋਂ ਵੱਖਰੀ ਹੋ ਕੇ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਉਹਨਾਂ ਨੇ ਇੱਕ ਆਮ ਆਦਮੀ ਪਾਰਟੀ ਸਥਾਪਿਤ ਕੀਤੀ ਅਤੇ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਕਿ ਅਸੀਂ ਜਿਹੜੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੀਆਂ ਨੀਤੀਆਂ ਨੂੰ ਛੱਡ ਕੇ ਪੂਰਨ ਰੂਪ ਵਿੱਚ ਸਿਆਸੀ ਬਦਲ ਦੇਵਾਂਗੇ, ਜਿਹੜਾ ਨਿਯਮ ਕਾਨੂੰਨ ਦੇ ਵਿੱਚ ਪਾਰਦਰਸ਼ੀ ਹੋਏਗਾ ਤੇ ਲੋਕ ਪੱਖੀ ਹੋਏਗਾ। ਹੁਣ ਇਸ ਗੱਲ ਦੇ ਵਿੱਚ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਗਈ। ਪਰੰਤੂ ਦਿੱਲੀ ਦੇ ਵਿੱਚ ਸਰਕਾਰ ਤਾਂ ਬਣ ਗਈ, ਦਿੱਲੀ ਦੇ ਹਾਲਾਤ ਅਜੀਬੋ ਗਰੀਬ ਅੱਜ ਵੀ ਨੇ, ਪਹਿਲਾਂ ਵੀ ਨੇ। ਉਹਦਾ ਕਾਰਨ ਇਹ ਹੈ ਕਿ ਦਿੱਲੀ ਇੱਕ ਯੂਨੀਅਨ ਟੈਰੀਟਰੀ ਹੈ, ਉਹ ਪੂਰਾ ਸੂਬਾ ਨਹੀਂ ਹੈ। ਪਰੰਤੂ ਇਹ ਵੀ ਸੱਚ ਹੈ, ਜਿਵੇਂ ਸਾਡਾ ਯੂਨੀਅਨ ਟੈਰੀਟਰੀ ਦਾਦਰ ਨਗਰ ਹਵੇਲੀ ਹੈ, ਚੰਡੀਗੜ੍ਹ ਹੈ, ਇੱਦਾਂ ਦੇ ਹੋਰ ਵੀ ਕਈ ਸਾਰੇ ਯੂਨੀਅਨ ਟੈਰੀਟਰੀ ਨੇ ਜਿੱਥੇ ਕਿਤੇ ਅਸੈਂਬਲੀ ਨਹੀਂ ਹੈ, ਪਰ ਦਿੱਲੀ ਦੇ ਵਿੱਚ ਅਸੈਂਬਲੀ ਆ ਗਈ। ਜਿਵੇਂ ਆਪਾਂ ਕਹੀਏ ਚੰਡੀਗੜ੍ਹ ਯੂਟੀ ਹੈ, ਚੰਡੀਗੜ੍ਹ ਅਸੈਂਬਲੀ ਨਹੀਂ ਹੈ। ਇਸ ਕਰਕੇ ਉੱਥੇ ਗਵਰਨਰ ਨਾਲ ਜਾਂ ਕੇਂਦਰ ਦੀ ਸਰਕਾਰ, ਜੇ ਉਹ ਦੂਜੇ ਹੋਰ ਪਾਰਟੀ ਦੀ ਹੋਵੇ, ਉਹਨਾਂ ਦਾ ਟਕਰਾਅ ਨਹੀਂ ਆਉਂਦਾ। ਦਿੱਲੀ ਦੇ ਵਿੱਚ ਟਕਰਾਅ ਆ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਵੀ ਰਹੀ ਹੈ, ਕਾਂਗਰਸ ਦੀ ਸਰਕਾਰ ਵੀ ਰਹੀ ਹੈ। ਉਹ ਟਕਰਾਅ ਉਸ ਸਮੇਂ ਉਹਨਾਂ ਤਿੱਖਾ ਨਹੀਂ ਰਿਹਾ ਕੇਂਦਰ ਸਰਕਾਰ ਨਾਲ। ਉਹਦਾ ਕਾਰਨ ਇਹ ਸੀ, ਜਾਂ ਤਾਂ ਕੇਂਦਰ ਦੇ ਵਿੱਚ ਉਹਨਾਂ ਦੀ ਹੀ ਸਰਕਾਰ ਸੀ, ਜਾਂ ਉਹ ਦੋਵੇਂ ਪਾਰਟੀਆਂ ਉਸ ਪੱਧਰ ਦੀਆਂ ਸੀਗੀਆਂ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਕੱਲ੍ਹ ਨੂੰ ਅਸੀਂ ਸੱਤਾ 'ਚ ਆਉਣਾ, ਅਸੀਂ ਸੱਤਾ 'ਚ ਆਉਣਾ ਹੈ। ਜਦੋਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਪੂਰਨ ਰੂਪ 'ਚ ਕਾਂਗਰਸ ਦੀ ਜ਼ਮੀਨ ਉਹਨਾਂ ਨੇ ਖੋਲੀ, ਖਤਮ ਕਰਤੀ। ਕਾਂਗਰਸ ਦਾ ਉੱਥੇ ਆਧਾਰ ਬਹੁਤ ਨੀਚੇ ਆ ਗਿਆ, ਜਦੋਂ ਕਿ ਬੀਜੇਪੀ ਦਾ ਆਧਾਰ ਅਸੈਂਬਲੀ ਦੇ ਕੇਸ 'ਚ ਬਹੁਤ ਨੀਚੇ ਆ ਗਿਆ।
ਇੱਕ ਵਾਰੀ ਤਾਂ ਉਹਨਾਂ ਦੇ ਮਤਲਬ ਜੇ ਆਪਾਂ ਕਹੀਏ 3/4 ਐਮਐਲਏ ਜਿੱਤ ਗਏ, ਹੁਣ ਵੀ ਉਹਨਾਂ ਦੇ ਐਮਐਲਏ ਦੀ ਗਿਣਤੀ ਬਹੁਤ ਹੈ। ਪਰੰਤੂ ਪਾਰਲੀਮੈਂਟ ਦੇ ਵਿੱਚ ਇਹ ਲੋਕਾਂ ਨੂੰ ਕਹਿ ਲਓ ਜਾਂ ਇੱਕ ਜਿਹੜੀ ਹਿੰਦੂਵਾਦੀ ਪ੍ਰਥਾ ਹੈ ਉਹਦਾ ਪ੍ਰਭਾਵ ਕਹਿ ਲਓ, ਜਿਹੜਾ ਬੀਜੇਪੀ ਜਮਾਉਣ ਦੇ ਵਿੱਚ ਕਾਮਯਾਬ ਹੋ ਗਈ ਕਿ ਕੇਂਦਰ ਦੇ ਵਿੱਚ 7 ਦੀਆਂ 7 ਜਿਹੜੀਆਂ ਸੀਟਾਂ ਸੀਆਂ ਪਾਰਲੀਮੈਂਟ ਦੀਆਂ ਉਹ ਬੀਜੇਪੀ ਨੂੰ ਮਿਲਦੀਆਂ ਰਹੀਆਂ। ਪਰੰਤੂ ਅਸੈਂਬਲੀ ਦੇ ਵਿੱਚ ਲਗਭਗ 2 ਟਰਮਸ ਉਹਨਾਂ ਦੀਆਂ ਪੂਰੀਆਂ ਹੋਣ ਜਾ ਰਹੀਆਂ ਨੇ, 1 ਟਰਮ ਉਹਨਾਂ ਦੀ ਅੱਧੀ, 3 ਵਾਰੀ ਆਮ ਆਦਮੀ ਪਾਰਟੀ ਦਾ ਗਲਬਾ ਜਿਹੜਾ ਉਹ ਕਾਇਮ ਰਿਹਾ ਤੇ ਦਿਖਾਈ ਦੇ ਰਿਹਾ ਕਿ ਹਾਲੇ ਵੀ ਉਹਨਾਂ ਦਾ ਕਾਇਮ ਹੀ ਹੈ। ਹੋ ਸਕਦਾ ਇਸ ਤੋਂ ਅਗਲੀ ਜਿਹੜੀ ਟਨਿਓਰ ਹੈ ਉਹ 'ਚ ਵੀ ਆਮ ਆਦਮੀ ਪਾਰਟੀ ਦੇ ਦਮਖਮ ਅਜੇ ਦਿਖਾ ਰਹੀ ਹੈ। ਹੁਣ ਜਦੋਂ ਇਹ ਸਾਰੀ ਗੱਲ ਨੂੰ ਦੇਖਦੇ ਹਾਂ ਤਾਂ ਕਾਂਗਰਸ ਪੂਰੀ ਤਰ੍ਹਾਂ ਖਤਮ ਹੋ ਗਈ। ਉੱਥੇ ਜਿਹੜਾ ਮੁਕਾਬਲਾ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਗਿਆ। ਬੀਜੇਪੀ ਨੂੰ ਉੱਥੇ ਜ਼ਰੂਰ ਇਹ ਉਹਨਾਂ ਦਾ ਅੰਦਾਜ਼ਾ ਸਹੀ ਹੈ ਕਿ ਜੇਕਰ ਅਸੀਂ ਕਿਸੇ ਹੱਦ ਤੱਕ ਇਹਨਾਂ ਦੀ ਚੜ੍ਹਤ ਰੋਕਣ 'ਚ ਕਾਮਯਾਬ ਹੁੰਦੇ ਹਾਂ, ਜਿੰਨੀ ਇਹਨਾਂ ਦੀ ਚੜ੍ਹਤ ਰੁਕੂਗੀ ਉਨੀ ਸਪੇਸ ਉਹ ਬੀਜੇਪੀ ਨੂੰ ਮਿਲ ਜੂਗੀ। ਜੇਕਰ ਬੀਜੇਪੀ ਨੂੰ ਡਰ ਹੁੰਦਾ ਕਿ ਉਹ ਸਪੇਸ ਕਾਂਗਰਸ ਨੂੰ ਵੀ ਜਾ ਸਕਦੀ ਹੈ, ਫਿਰ ਸ਼ਾਇਦ ਉਹ ਇਸ ਤਰ੍ਹਾਂ ਦੇ ਵਰਤਾਰੇ ਨਾ ਵਰਤਾਉਂਦੀ ਜਾਂ ਸੋਚਦੀ ਕਿ ਇਹ ਨਾ ਹੋਵੇ ਕੋਈ ਅਸੀਂ ਕੰਮ ਕਰੀਏ ਉਹਦਾ ਫਾਇਦਾ ਕਿਸੇ ਹੋਰ ਤੀਸਰੀ ਪਾਰਟੀ ਨੂੰ ਮਿਲ ਜੇ, ਜਿਵੇਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲ ਗਿਆ। ਇਹਦੇ ਵਿੱਚੋਂ ਉਹਨਾਂ ਨੇ ਇੱਕ ਜਿਹੜੇ ਸਮੇਂ-ਸਮੇਂ 'ਤੇ ਕਾਨੂੰਨ ਬਣੇ, ਉਹ ਕਾਨੂੰਨਾਂ ਦੀ ਇੰਟਰਪ੍ਰੀਟੇਸ਼ਨ ਕੇਂਦਰ 'ਚ ਪਾਰਟੀ ਹੋਣ ਦੇ ਫਾਇਦਾ ਲੈਂਦੇ ਹੋਏ ਇਹ ਬਣਾਈ, ਜਿਹਦੇ ਵਿੱਚ ਉਹਨਾਂ ਨੇ ਦਖਲ ਦਿੱਤਾ ਕਿ ਨਹੀਂ, ਹਰ ਗੱਲ 'ਚ ਗਵਰਨਰ ਦੀ ਮਨਜ਼ੂਰੀ ਲੈਣੀ ਪਏਗੀ। ਹਰ ਗੱਲ 'ਚ ਉਹ ਕਾਨੂੰਨ ਜਿਹੜੇ ਬਣੇ ਉਹ ਇਸ ਸੰਦਰਭ 'ਚ ਨੇ, ਜਿਵੇਂ ਆਪਾਂ ਕਹੀਏ ਕਿ ਜਿਹੜੇ ਗਵਰਨਰ ਸਾਹਿਬ ਨੇ ਸਾਡੇ ਪੰਜਾਬ ਦੇ, ਉਹੀ ਚੰਡੀਗੜ੍ਹ ਯੂਟੀ ਦੇ ਐਡਮਿਨਿਸਟ੍ਰੇਟਰ ਨੇ। ਠੀਕ ਹੈ ਕਿ ਪੰਜਾਬ 'ਚ ਉਹਨਾਂ ਦੀ ਕੋਈ ਸੁਣੇ ਜਾਂ ਨਾ ਸੁਣੇ, ਪਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ 'ਚ ਉਹਨਾਂ ਦੀ ਸੁਣਵਾਈ ਪੂਰੀ ਹੈ। ਠੀਕ ਹੈ ਨਾ। ਇਸ ਤਰ੍ਹਾਂ ਹੀ ਦਿੱਲੀ ਦੇ ਗਵਰਨਰ ਦੀ ਪੂਰੀ ਸੀ। ਉਹ ਇੰਟਰਪ੍ਰੀਟੇਸ਼ਨ ਇਹਨਾਂ ਨੇ ਬਣਾ ਲਈ ਕਿ ਯੂਟੀ ਇੱਦਾਂ ਜੀ, ਯੂਟੀ ਦੇ ਵਿੱਚ ਗਵਰਨਰ ਦੀ ਹੋਰ ਪੋਜੀਸ਼ਨ ਹੈ ਲੈਫਟੀਨੈਂਟ ਗਵਰਨਰ ਦੀ। ਚੰਡੀਗੜ੍ਹ ਲੈਫਟੀਨੈਂਟ ਗਵਰਨਰ ਨਹੀਂ ਹੈ। ਚੰਡੀਗੜ੍ਹ 'ਚ ਇਹ ਹੈ ਕਿ ਪੰਜਾਬ ਦੇ ਗਵਰਨਰ ਕੋਲ ਹੀ ਉਹਦਾ ਚਾਰਜ ਹੋਏਗਾ, ਪਰ ਦੂਜੇ ਯੂਟੀ ਦੇ ਵਿੱਚ ਲੈਫਟੀਨੈਂਟ ਗਵਰਨਰ ਬਣਦੇ ਨੇ ਕਿ ਜੀ ਲੈਫਟੀਨੈਂਟ ਗਵਰਨਰ ਇਸ ਤਰ੍ਹਾਂ ਕੰਮ ਕਰਨਗੇ। ਕੇਂਦਰ ਸਰਕਾਰ ਨੇ ਆਪਣੀ ਤਾਕਤ ਹਥਿਆ ਕੇ ਉਹਨਾਂ ਦੀਆਂ ਤਾਕਤਾਂ 'ਤੇ ਛਾਪਾ ਮਾਰਿਆ। ਹੌਲੀ ਹੌਲੀ ਉਹ ਕੋਰਟ ਗਏ। ਕੋਰਟ ਦਾ ਇੱਕ ਵਰਡਿਕਟ ਆ ਗਿਆ ਕਿ ਜੇਕਰ ਇਹ ਫੈਸਲੇ ਚੁਣੀ ਸਰਕਾਰ ਨੂੰ ਨਹੀਂ ਕਰਨ ਦਿੱਤੇ ਜਾਣਗੇ ਤਾਂ ਇਹ ਸੰਵਿਧਾਨ ਦੇ ਉਲਟ ਹੈ। ਇੱਕ ਗੱਲ ਯਾਦ ਰੱਖਣ ਵਾਲੀ ਹੋਏਗੀ ਇੱਥੇ ਕਿ ਜਿਹੜੀ ਸਾਡੀ ਸੁਪਰੀਮ ਕੋਰਟ ਹੈ, ਇੰਗਲੈਂਡ ਦੀ ਤੇ ਹਿੰਦੁਸਤਾਨ ਦੀ ਸੁਪਰੀਮ ਕੋਰਟ 'ਚ ਇੱਕ ਬੇਸਿਕ ਫਰਕ ਹੈ। ਇੰਗਲੈਂਡ ਦੀ ਜਿਹੜੀ ਸੁਪਰੀਮ ਕੋਰਟ ਹੈ ਉਹ ਜਿਹੜਾ ਪ੍ਰੋਸੀਜਰ ਆਫ ਲਾਅ ਹੈ, ਲਾਅ ਮੇਕਿੰਗ ਇਨਕਲੂਡਿੰਗ, ਉਹ ਦੇਖਦੀ ਹੈ ਕਿ ਜਿਹੜਾ ਕਾਨੂੰਨ ਦਾ ਆਬਜੈਕਟਿਵ ਹੈ ਉਹ ਕੀ ਹੈ। ਜੇਕਰ ਉਹ ਆਬਜੈਕਟਿਵ ਡਿਫੀਟ ਹੋ ਰਿਹਾ ਹੈ, ਪੂਰਾ ਨਹੀਂ ਹੋ ਰਿਹਾ, ਫੁੱਲਫਿਲ ਨਹੀਂ ਹੋ ਰਿਹਾ, ਭਾਵੇਂ ਕਾਨੂੰਨ ਬਣਾਉਣ ਮੈਜੋਰਿਟੀ ਨਾਲ ਬਣਦਾ ਹੁੰਦਾ, ਮੈਜੋਰਿਟੀ ਨਾਲ ਬਣਿਆ ਹੋਇਆ ਹੈ, ਪਾਰਲੀਮੈਂਟ ਦੇ ਵਿੱਚੋਂ ਡਿਸਕਸ ਹੋਇਆ ਹੈ, ਪਰ ਜੇਕਰ ਉਹ ਕਾਨੂੰਨ ਬੇਸਿਕਲੀ ਜਦੋਂ ਜਿਹੜੇ ਮੰਤਵ ਲਈ ਬਣਾਇਆ ਜਾਂਦਾ ਉਹ ਮੰਤਵ ਪੂਰਾ ਨਹੀਂ ਹੁੰਦਾ, ਤਦ ਉੱਥੋਂ ਦੀ ਸੁਪਰੀਮ ਕੋਰਟ ਕੋਲ ਅਧਿਕਾਰ ਹੈ ਕਿ ਉਹ ਕੁਛ ਨਾ ਕੁਛ ਉਸ ਕਾਨੂੰਨ 'ਤੇ ਰੋਕ ਲਾ ਸਕਦੀ ਹੈ। ਪਰੰਤੂ ਸਾਡੇ ਇਹ ਹੈ ਕਿ ਸਾਡੀ ਜਿਹੜੀ ਸੁਪਰੀਮ ਕੋਰਟ ਹੈ ਜਾਂ ਜੁਡੀਸ਼ਰੀ ਹੈ, ਉਹਦੀ ਸੀਮਾ ਜਿਹੜੀ ਉਹ ਇਹ ਹੈ ਕਿ ਜੇਕਰ ਕੋਈ ਵੀ ਕਾਨੂੰਨ ਵਿਧੀਵਤ ਤਰੀਕੇ ਨਾਲ ਬਣਿਆ ਹੋਇਆ ਹੈ, ਸੁਪਰੀਮ ਕੋਰਟ ਸਿਰਫ ਉਹਦੀ ਰੱਖਿਆ ਕਰੇਗੀ, ਉਹ ਆਪਦੇ ਕੋਲੋਂ ਕਾਨੂੰਨ ਦੇ ਵਿੱਚ ਇੰਟਰਫੀਅਰ ਨਹੀਂ ਕਰ ਪਾਏਗੀ। ਪਹਿਲਾ ਜਿਹੜਾ ਕਾਨੂੰਨ ਸੀ ਉਹਦੇ ਵਿੱਚ ਲੂਪਹੋਲ ਸੀ, ਸੁਪਰੀਮ ਕੋਰਟ ਨੇ ਕਲੀਅਰ ਕੱਟ ਆਰਡਰ ਦੇਤਾ ਕਿ ਨਹੀਂ, ਇਹ ਜਿਹੜੀ ਇਸ ਕਾਨੂੰਨ ਦੇ ਤਹਿਤ ਇਹ ਜਿਹੜੀਆਂ ਪਾਵਰਾਂ ਨੇ, ਜਿਹੜੀਆਂ ਤਾਕਤਾਂ ਨੇ, ਇਹ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਕੋਲ ਰਹਿਣਗੀਆਂ। ਪਰੰਤੂ ਕੇਂਦਰ ਸਰਕਾਰ ਨੇ ਉਹਨੂੰ ਕੀ ਕਰਿਆ ਕਿ ਅਧਿਆਦੇਸ਼ ਦੇ ਜ਼ਰੀਏ, ਮੈਂ ਇਹ ਸਪਸ਼ਟ ਕਰ ਦਿੰਦਾ ਸਰੋਤਿਆਂ ਨੂੰ ਕਿ ਜਦੋਂ ਪਾਰਲੀਮੈਂਟ ਚੱਲ ਰਹੀ ਹੁੰਦੀ ਹੈ ਤਾਂ ਉਹਦੇ ਵਿੱਚ ਕੋਈ ਕਾਨੂੰਨ ਲਿਆਂਦਾ ਜਾਂਦਾ ਹੈ, ਪਰ ਜਦੋਂ ਪਾਰਲੀਮੈਂਟ ਚੱਲ ਨਹੀਂ ਰਹੀ ਹੁੰਦੀ, ਕੋਈ ਐਮਰਜੈਂਸੀ ਲੱਗੀ, ਐਮਰਜੈਂਸੀ ਤੋਂ ਭਾਵ ਇਹ ਹੈ ਵੀ ਕਿਤੇ ਉਹਨਾਂ ਨੇ ਉਹ 75 ਵਾਲੀ ਐਮਰਜੈਂਸੀ ਨਹੀਂ, ਕਿ ਪਾਰਟੀ ਨੂੰ ਇੱਕ ਮਹਿਸੂਸ ਹੋਇਆ ਕਿ ਆਹ ਕਾਨੂੰਨ ਸਾਨੂੰ ਤੁਰੰਤ ਚਾਹੀਦਾ ਹੈ। ਪਾਰਲੀਮੈਂਟ ਸੀਟਿੰਗ ਹੋ ਨਹੀਂ ਸਕਦੀ। ਹਾਂ, ਕਿ ਪਾਰਲੀਮੈਂਟ ਸੀਟਿੰਗ ਅਜੇ ਸਮਾਂ ਲਏਗੀ, ਮੰਨ ਲਓ 4 ਮਹੀਨੇ 3 ਮਹੀਨੇ ਲੱਗੇਗੀ, ਉਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ, ਜਿਹਨੂੰ ਅਧਿਆਦੇਸ਼ ਕਹਿੰਦੇ ਨੇ ਅੰਗਰੇਜ਼ੀ 'ਚ ਆਰਡੀਨੈਂਸ ਕਹਿੰਦੇ ਹਾਂ ਅਸੀਂ, ਕਿ ਅਧਿਆਦੇਸ਼ ਜਾਰੀ ਕਰਕੇ ਉਹ ਕਾਨੂੰਨ ਲਾਗੂ ਹੋ ਜਾਂਦਾ ਅੱਜ ਤੋਂ ਹੀ। ਜਿਸ ਦਿਨ ਤੋਂ ਅਧਿਆਦੇਸ਼ ਨੂੰ ਮਨਜ਼ੂਰੀ ਮਿਲ ਗਈ, ਉਹ ਅਧਿਆਦੇਸ਼ ਤੋਂ ਅੱਜ ਤੋਂ ਲਾਗੂ ਹੋ ਜਾਏਗਾ। ਪਰ 6 ਮਹੀਨੇ ਦੇ ਵਿੱਚ
ਉਹਨੂੰ ਪਾਰਲੀਮੈਂਟ ਦੇ ਵਿੱਚੋਂ ਮਨਜ਼ੂਰ ਕਰਾਉਣਾ ਜ਼ਰੂਰੀ ਹੁੰਦਾ ਹੈ। ਬਿਲਕੁਲ। ਸੋ ਸਰਕਾਰ ਨੇ ਸਪਿਰਿਟ ਦਾ ਇਹਦੇ ਪਿੱਛੇ ਵੀ ਇਹ ਹੈ ਕਿ ਉਹਦੀ ਜਿਹੜੀ ਸਥਿਤੀ ਹੈ ਉਹ 'ਚ ਦੇਖਿਆ ਜਾਵੇ ਕਿ ਵਾਕਈ ਇਹ ਐਮਰਜੈਂਸੀ ਹੈ। ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਐਮਰਜੈਂਸੀ ਕੀ ਹੈ, ਲੇਕਿਨ ਸਖਤੇ ਦਾ ਸੱਤੀ ਵੀ ਹੀ 100। ਉਹਨਾਂ ਨੇ ਇੱਕ ਅਧਿਆਦੇਸ਼ ਲਿਆਉਣ ਦਾ ਆਪਦਾ ਤਹਈਆ ਕੀਤਾ, ਫਟਾਫਟ ਅਧਿਆਦੇਸ਼ ਜਾਰੀ ਕੀਤਾ ਕਿ ਇਹ ਹੈ। ਉਹ ਅਧਿਆਦੇਸ਼ ਨੂੰ ਭਾਵੇਂ ਅਜੇ ਮਨਜ਼ੂਰੀ ਨਹੀਂ ਮਿਲੀ, ਪ੍ਰੋਸੈਸ 'ਚ ਹੈ, ਪਰ ਮਿਲ ਜੇਗੀ। ਜਿਉਂ ਹੀ ਉਹਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਉਹਨੇ ਲੋਕ ਸਭਾ ਤੇ ਰਾਜ ਸਭਾ ਦੋਨਾਂ ਦੇ ਵਿੱਚੋਂ ਲੰਘਣਾ ਹੈ। ਉਹਦੇ ਵਿੱਚ ਆਮ ਆਦਮੀ ਪਾਰਟੀ ਕੀ ਸੋਚਦੀ ਹੈ, ਉਹਨਾਂ ਨੇ ਦੂਜੇ ਸੂਬਿਆਂ ਨੂੰ ਅਪੀਲ ਕੀਤੀ ਕਿ ਇਹ ਤਾਂ ਬਿਲਕੁਲ ਜਿਹੜੇ ਸੂਬਾਈ ਪ੍ਰਬੰਧ ਨੇ, ਸੂਬਾਈ ਸਰਕਾਰਾਂ ਨੇ, ਉਹਨਾਂ ਦੇ ਕੰਮਾਂ ਦੇ ਵਿੱਚ ਸਿੱਧਾ ਦਖਲ ਹੋ ਗਿਆ। ਕੱਲ੍ਹ ਨੂੰ ਕਿਸੇ ਵੀ ਸਟੇਟ ਦੇ ਵਿੱਚ ਕੇਂਦਰ ਸਰਕਾਰ ਇੱਦਾਂ ਦਖਲ ਦੇਗੀ। ਇਸ ਕਰਕੇ ਇਹਨੂੰ ਕੱਟ ਕਰਨ ਲਈ, ਇਹਨੂੰ ਰੋਕਣ ਲਈ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਹੈ। ਚਾਹੇ ਉਹ ਸੱਤਾ ਧਿਰ ਹੋਵੇ, ਜਿਵੇਂ ਫਲੋਰ ਅਰੇਂਜਮੈਂਟ, ਉੱਥੇ ਅੰਦਰ ਕਾਰਵਾਈ ਕੀ ਚੱਲਦੀ ਆ ਪਾਰਲੀਮੈਂਟ 'ਚ, ਕੁਛ ਨਿਯਮ ਇੱਦਾਂ ਨੇ, ਪਾਰਲੀਮੈਂਟ ਤੋਂ ਬਾਹਰ ਕੁਛ ਨਾ ਕੁਛ ਕੰਸੈਂਸਸ ਨਾਲ ਡੈਮੋਕ੍ਰੇਸੀ 'ਚ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ ਤੇ ਬਹੁਤ ਸਾਰੇ ਮੁੱਦੇ ਸੈਟਲ ਹੁੰਦੇ ਨੇ। ਹੁਣ ਜਦੋਂ ਇਹ ਮੁੱਦਾ ਸੈਟਲ ਕਰਨ ਦੀ ਗੱਲ ਆਈ ਤੇ ਇਹਦੇ ਵਿੱਚ ਕਿਤੇ ਨਾ ਕਿਤੇ ਸਕੋਪ ਵੀ ਦਿਖਾਈ ਦੇ ਰਿਹਾ ਹੈ ਕਿ ਜੇਕਰ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਭੁਗਤਦੀਆਂ ਨੇ ਤਾਂ ਰਾਜ ਸਭਾ ਦੇ ਵਿੱਚ ਅੱਜ ਵੀ ਬੀਜੇਪੀ ਕੋਲ ਉਹ ਮੈਜੋਰਿਟੀ ਨਹੀਂ ਹੈ ਜਿਹਦੇ ਨਾਲ ਉਹ ਕਾਨੂੰਨ ਬੜਾ ਸੌਖਾ ਪਾਸ ਹੋ ਜੇ। ਜੋੜ ਤੋੜ ਕਰਨ 'ਚ ਕਾਮਯਾਬ ਹੋਵੇ ਬੀਜੇਪੀ, ਉਹ ਇੱਕ ਵੱਖਰੀ ਗੱਲ ਹੈ, ਪਰ ਪਾਰਟੀ ਕੋਲ ਜਿਵੇਂ ਉਹਨਾਂ ਕੋਲ ਲੋਕ ਸਭਾ ਵਿੱਚ ਸਮਰਥਨ ਹੈ, ਰਾਜ ਸਭਾ 'ਚ ਉਸ ਕਿਸਮ ਨਾਲ ਭਾਰੀ ਸਮਰਥਨ ਨਹੀਂ ਹੈ। ਤੇ ਇਸ ਦੇ ਨਾਲ ਹੀ ਬੀਜੇਪੀ ਨੇ ਆ ਜਿਹੜਾ ਪਾਰਲੀਮੈਂਟ ਦਾ ਸਮਾਗਮ ਕਰਕੇ ਜਿਹ 'ਚ ਰਾਸ਼ਟਰਪਤੀ ਦਾ ਨਾਮ ਲਾਇਆ ਜਾਣਾ, ਇਹ ਇੱਕ ਵੱਖਰਾ ਕੰਟਰੋਵਰਸ਼ੀਅਲ ਵਿਸ਼ਾ ਹੋ ਗਿਆ। ਇਹਦੇ ਨਾਲ ਵੀ ਤੇ ਰਾਜ ਸਭਾ ਦੇ ਜਿਹੜਾ ਸਪੀਕਰ ਕਹਿ ਲਓ ਜਾਂ ਉਹਨੂੰ ਆਪਾਂ ਵਾਈਸ ਚੇਅਰਮੈਨ ਕਹਿ ਲਓ, ਉਪ ਰਾਸ਼ਟਰਪਤੀ, ਉਹਨੂੰ ਵਿੱਚ ਸ਼ਾਮਲ ਨਾ ਕੀਤੇ ਜਾਣਾ, ਉਹਦੇ ਵਿੱਚ ਬੀਜੇਪੀ ਨੇ ਇੱਕ ਡਰ ਪੈਦਾ ਕਰਤਾ ਕਿ ਸ਼ਾਇਦ ਆਉਣ ਵਾਲੇ ਸਮੇਂ 'ਚ ਬੀਜੇਪੀ ਰਾਜ ਸਭਾ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਤੇ ਵੀ ਰੋਕ ਲਾਉਣ ਜਾ ਰਹੀ ਹੈ ਤਾਂ ਕਿ ਉਹਨਾਂ ਨੂੰ ਕੱਲ੍ਹ ਨੂੰ ਕਾਨੂੰਨ ਪਾਸ ਕਰਾਉਣ 'ਚ ਕੋਈ ਦਿੱਕਤ ਨਾ ਆਵੇ। ਇੱਕ ਵਿਚਾਰ ਇਹ ਵੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਿਹੜੀ ਯੂਕੇ 'ਚ ਹੈ ਕਿ ਰਾਸ਼ਟਰਪਤੀ ਦੀ ਸਿੱਧੀ ਚੋਣ ਹੋਵੇ। ਉਹਦਾ ਕਾਰਨ ਇਹ ਹੈ, ਲੋਕ ਦੋਸ਼ ਇਹ ਲਾਉਂਦੇ ਨੇ, ਅੰਦਾਜ਼ੇ ਲਾਉਂਦੇ ਨੇ ਕਿ ਸਾਡੇ ਹਿੰਦੁਸਤਾਨ 'ਚ 80% ਜਿਹੜੀ ਆਬਾਦੀ ਹੈ ਉਹ ਕਿਸੇ ਇੱਕ ਫਿਰਕੇ ਦੀ ਹੈ। ਜੇਕਰ ਉਹ ਰਾਸ਼ਟਰਪਤੀ ਦੀ ਸਿੱਧੀ ਚੋਣ ਹੋਵੇ, ਸਟੇਟਾਂ 'ਚ ਜਿਹਦੀ ਮਰਜ਼ੀ ਸਰਕਾਰ ਬਣੇ, ਤਾਂ ਜਿਹੜੀ ਉਹ ਬਹੁ ਗਿਣਤੀ ਹੈ, ਇਹ ਯਕੀਨ ਹੋ ਜਾਏਗਾ ਕਿ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਉਸ ਕਮਿਊਨਿਟੀ ਦੇ ਵਿੱਚੋਂ ਹੀ ਆਉਂਦਾ ਰਹੇਗਾ। ਠੀਕ ਹੈ ਨਾ। ਹੁਣ ਇਹ ਖਦਸ਼ਿਆਂ ਨੇ ਵਿਰੋਧੀ ਪਾਰਟੀਆਂ ਨੂੰ ਦਿੱਤਾ ਡਰਾ। ਉਹ ਇਹਦਾ ਇੱਕ ਕਾਰਨ ਤਾਂ ਇਹ ਹੈ ਵੀ ਉਸ ਡਰ 'ਚੋਂ ਵਿਰੋਧੀ ਪਾਰਟੀਆਂ ਦੀ ਵੀ ਲੋੜ ਬਣ ਗਈ ਕਿ ਅਸੀਂ ਸਾਰੇ ਇਕੱਠੇ ਹੋ ਕੇ ਕੋਈ ਇੱਦਾਂ ਦਾ ਕਰੀਏ ਜਿਹਦੇ ਨਾਲ ਇਹਨਾਂ ਤੇ ਰੋਕਥਾਮ ਲਾ ਸਕੀਏ। ਇਸੇ ਤਰ੍ਹਾਂ ਕੇਜਰੀਵਾਲ ਜੀ ਨੇ ਮਦਦ ਮੰਗ ਲਈ। ਉਹਨਾਂ ਨੂੰ ਲੱਗ ਰਿਹਾ ਵੀ ਮੈਂ ਤਾਂ ਮੇਰੇ ਨਾਲੋਂ ਤਾਂ ਵੱਡਾ ਮੁੱਖ ਮੰਤਰੀ ਭਗਵੰਤ ਮਾਨ ਹੋ ਗਿਆ, ਉਹ ਪੂਰੀ ਸਟੇਟ ਦਾ, ਮੈਨੂੰ ਤਾਂ ਤਾਕਤ ਹੀ ਨਹੀਂ ਕੋਈ ਦੇ ਰਹੇ। ਉਹਦੇ ਲਈ ਇੱਕ ਨਵਾਂ ਸੰਕਟ ਹੈ। ਇਸ ਕਰਕੇ ਉਹ ਜਿਹੜੇ ਸਰਕਾਰ ਦੇ ਵਿਰੋਧੀ ਮੁੱਖ ਮੰਤਰੀ ਨੇ, ਪਾਰਟੀਆਂ ਨੇ, ਜਿਵੇਂ KCR ਜਿਹੜਾ ਤੇਲੰਗਾਨਾ ਤੋਂ, ਜਾਂ ਹੋਰ ਜਿੱਥੇ ਵੀ ਕੱਲ ਨੂੰ ਉਹ ਨਤੀਸ਼ ਕੁਮਾਰ, ਬੀਜੂ ਜਨਤਾ ਦਲ, ਉਹਨਾਂ ਨੂੰ ਵੀ ਅਪੀਲ ਕਰਨਗੇ, ਕਰ ਰਹੇ ਨੇ। ਮਮਤਾ ਜੀ, ਉद्धਵ ਠਾਕਰੇ, ਜਿੱਥੇ ਰੀਜਨਲ ਪਾਰਟੀਆਂ ਨੇ, ਕਿ ਉਹ ਇੱਦਾਂ ਦਾ ਹੋਣ। ਇਹ ਤਾਂ ਹੈਗੀ ਇੱਕ ਰਾਜਨੀਤਿਕ ਪ੍ਰਕਿਰਿਆ। ਇਹ ਰਾਜਨੀਤਿਕ ਪ੍ਰਕਿਰਿਆ ਇੱਦਾਂ ਹੀ ਚੱਲਦੀ ਹੁੰਦੀ ਹੈ। ਪਰ ਇਹਦੇ ਨਾਲ ਜੇਕਰ ਆਪਾਂ ਇਹਦਾ ਅਸਲ ਪ੍ਰਬੰਧ ਤੇ ਪ੍ਰਭਾਵ ਦੇਖੀਏ, ਪੰਜਾਬ ਦੇ, ਹੁਣ ਆਪਾਂ ਪੰਜਾਬ ਤੇ ਆਉਂਦੇ ਹਾਂ, ਪੰਜਾਬ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਹਨਾਂ ਨੇ ਇੱਕ ਮੁੱਦਾ ਲਿਆ ਹੈ ਕਿ ਅਸੀਂ ਕਰਪਸ਼ਨ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਕਰਪਸ਼ਨ ਰੋਕਣ ਕਰਕੇ ਜਿਹੜੇ ਬੰਦੇ ਨੇ ਕਰਪਟ ਪ੍ਰੈਕਟਿਸ ਦੇ ਵਿੱਚ ਇਨਵੋਲਵ ਨੇ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਪਰ ਕਿਤੇ ਨਾ ਕਿਤੇ ਜਿਹੜੀ ਪਿਛਲੀ ਸਰਕਾਰ ਸੀ ਉਹ ਕਾਂਗਰਸ ਦੀ ਸੀ, ਜਿਹੜੀ ਤੁਰੰਤ ਲੰਘੀ ਹੈ। ਇਸ ਕਰਕੇ ਜ਼ਿਆਦਾ ਪ੍ਰਭਾਵ ਇਹ ਦਿਖਾਈ ਦੇ ਰਿਹਾ ਹੈ ਕਿ ਉਹ ਸਾਰਾ ਪਿਛਲੀ ਸਰਕਾਰ ਦੀ ਕਰਪਸ਼ਨ ਤੇ ਕਾਰਵਾਈ ਹੋ ਰਹੀ ਹੈ। ਜਿਹੜੀ ਪਿਛਲੀ ਸਰਕਾਰ ਦੇ ਮੰਤਰੀ ਸੀ ਉਹਨਾਂ ਤੇ, ਜਾਂ ਜਿਹੜਾ ਉਹਨਾਂ ਦੇ ਇੱਕੜ ਦੁੱਕੜ ਮੰਤਰੀ ਅਮਰਿੰਦਰ ਸਿੰਘ ਨਾਲ ਬੀਜੇਪੀ 'ਚ ਚਲੀ ਗਏ, ਉਹਨਾਂ ਤੇ ਕਾਰਵਾਈ ਹੋ ਰਹੀ ਹੈ। ਪਰੰਤੂ ਅਮਰਿੰਦਰ ਸਿੰਘ ਵਗੈਰਾ ਤੇ ਕੋਈ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ। ਹੋਈ ਆ ਕੁਛ ਇੱਦਾਂ ਤਾਂ, ਗੁਰਪ੍ਰੀਤ ਕਾਂਗੜ ਤੇ ਵੀ, ਬਲਵੀਰ ਸਿੱਧੂ ਤੇ ਵੀ ਕੁਛ ਨਾ ਕੁਛ ਚੱਲ ਰਿਹਾ। ਪਰ ਇੱਕ ਪ੍ਰਭਾਵ ਇਹ ਜਾ ਰਿਹਾ ਹੈ, ਕਾਂਗਰਸ ਨੇ ਇਹ ਪ੍ਰਭਾਵ ਪੈਦਾ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ
ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਸਭ ਤੋਂ ਪਹਿਲੀ ਸਰਕਾਰ ਅਕਾਲੀ ਦਲ ਦੀ ਤੇ ਬੀਜੇਪੀ ਦੀ ਸਰਕਾਰ ਦੇ ਉਹਨਾਂ ਦੀ ਬੇਨਿਯਮੀਆਂ ਤੇ ਕੋਈ ਕਾਰਵਾਈ ਉਸ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ, ਉਹਨੇ ਦਮਖਮ ਨਾਲ ਦਿਖਾਈ ਦੇ ਨਹੀਂ ਰਹੀ ਜਿੰਨੀ ਕਾਂਗਰਸ ਦੇ ਖਿਲਾਫ ਦਿਖਾਈ ਦੇ ਰਹੀ ਹੈ, ਜਿਹਦੇ ਕਰਕੇ ਕਾਂਗਰਸ, ਪੰਜਾਬ ਦੀ ਕਾਂਗਰਸ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਇੱਕ ਖਦਸ਼ਾ ਹੈ। ਕਿਉਂ ਕਿ ਅਕਾਲੀ ਦਲ ਦੇ ਐਮਐਲਏ ਨੇ ਸਿਰਫ 3, ਬੀਜੇਪੀ ਦੇ ਨੇ ਸਿਰਫ 2 ਜਾਂ 3। ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਰਹੀ ਹੈ ਪਾਰਟੀ, ਉਹ ਹੈ ਕਾਂਗਰਸ। ਇਸ ਕਰਕੇ ਆਮ ਆਦਮੀ ਪਾਰਟੀ ਕਾਂਗਰਸ ਦਾ ਗ੍ਰਾਫ ਥੱਲੇ ਕਰਨ ਲਈ ਇਹਨਾਂ ਦੀਆਂ ਗਤੀਵਿਧੀਆਂ ਤੇ ਜ਼ਿਆਦਾ ਫੋਕਸ ਕਰ ਰਹੀ ਹੈ। ਦੂਜਿਆਂ ਤੋਂ ਉਹਨਾਂ ਨੂੰ ਕੋਈ ਬਹੁਤ ਵੱਡਾ ਡਰ ਨਹੀਂ ਰਿਹਾ, ਉਹਨਾਂ ਤੇ ਉਹ ਫੋਕਸ ਕਰ ਨਹੀਂ ਰਹੀ। ਪਰੰਤੂ ਜਦੋਂ ਹਮਾਇਤ ਉਹ ਇਹਨਾਂ ਦੀ ਲਊਗੀ, ਹੁਣ ਇਹਨਾਂ ਦੀ ਹਮਾਇਤ ਮੰਗ ਰਹੀ ਆ ਉਹ ਉੱਥੇ ਰਾਜ ਸਭਾ 'ਚ ਸਪੋਰਟ ਲੈਣ ਲਈ, ਉਹ ਸਪੋਰਟ ਦਾ ਇਹ ਹੈ ਜੇਕਰ ਕਾਂਗਰਸ ਤੋਂ ਬਿਨਾਂ ਸਾਰੀਆਂ ਵਿਰੋਧੀ ਧਿਰਾਂ ਵੀ ਇਕੱਠੀਆਂ ਹੋ ਜਾਣ ਤੇ ਕਾਂਗਰਸ ਬਾਈਕਾਟ ਕਰ ਜੇ, ਸਪੋਰਟ ਵੀ ਨਾ ਕਰੇ, ਉਹ ਕਹੇ ਵੀ ਨਾ ਮੈਂ ਸਪੋਰਟ 'ਚ ਨਾ ਅਸੀਂ ਵਿਰੋਧ 'ਚ ਪਰ ਅਸੀਂ ਵਿਰੋਧੀ ਧਿਰਾਂ ਨਾਲ ਨਹੀਂ ਲੜਨਾ, ਤਦ ਵੀ ਬੀਜੇਪੀ ਭਾਰੂ ਹੈ। ਇਸ ਕਰਕੇ ਕਾਂਗਰਸ ਦਾ ਸਮਰਥਨ ਵਿਰੋਧੀ ਧਿਰਾਂ ਨੂੰ ਲੈਣਾ ਲਾਜ਼ਮੀ ਹੈ ਜੇਕਰ ਇਹ ਅਧਿਆਦੇਸ਼ ਨੂੰ ਰੋਕਣਾ ਹੈ। ਕਾਮਯਾਬ ਹੋਣ ਜਾਂ ਨਾ ਹੋਣ ਉਦੋਂ ਬਾਅਦ ਦੀ ਗੱਲ ਹੈ। ਹੁਣ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਜਿਹੜੇ ਪਰਦੇ ਦੇ ਪਿੱਛੇ ਪੰਜਾਬ ਦੀ ਕਾਂਗਰਸ ਨੇ ਆਪਣੀ ਕੇਂਦਰੀ ਲੀਡਰਸ਼ਿਪ ਤੇ ਇੱਕ ਜ਼ੋਰ ਪਾਇਆ ਕਿ ਇਹਨਾਂ ਨੂੰ ਇਹ ਕਹੋ ਜੇਕਰ ਇਹਨਾਂ ਨਾਲ ਸਮਝੌਤਾ ਕਰਨਾ ਹੈ। ਕੇਂਦਰੀ ਲੀਡਰਸ਼ਿਪ ਨੇ ਜਾਣਬੁੱਝ ਕੇ ਇਦਾਂ ਦਾ ਮਾਹੌਲ ਬਣਾਇਆ ਹੈ ਕਿ ਅੱਜ ਅਸੀਂ ਪੰਜਾਬ ਦੇ ਕਾਂਗਰਸ ਪਾਰਟੀ ਨੂੰ ਮਿਲ ਰਹੇ ਹਾਂ, ਅੱਜ ਅਸੀਂ ਹੋਰ ਸੂਬੇ ਦੀ ਕਾਂਗਰਸ ਦੀ ਲੀਡਰਸ਼ਿਪ ਨੂੰ ਮਿਲ ਰਹੇ ਹਾਂ, ਉਹਨਾਂ ਤੋਂ ਪੁੱਛ ਰਹੇ ਹਾਂ। ਉਹਨਾਂ ਤੋਂ ਪੁੱਛਣ ਦਾ ਭਾਵ ਇਹੀ ਹੈ ਕਿ ਅਸੀਂ ਉਹਨਾਂ ਸੂਬਿਆਂ 'ਚ ਜੇਕਰ ਆਮ ਆਦਮੀ ਪਾਰਟੀ ਹੈ ਉਹਨਾਂ 'ਤੇ ਵੀ ਬੰਦਿਸ਼ਾਂ ਲਾਉਣ 'ਚ ਕਾਮਯਾਬ ਹੋਈਏ। ਜਿਵੇਂ ਕਰਨਾਟਕਾ 'ਚ ਇਲੈਕਸ਼ਨ ਹੋ ਗਈ, ਆਉਣ ਵਾਲੇ ਸਮੇਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ 'ਚ ਇਲੈਕਸ਼ਨ ਹੋਣ ਵਾਲੀ ਹੈ। ਉਸ ਤੋਂ ਬਾਅਦ ਕੁਝ ਹੋਰ ਸੂਬਿਆਂ 'ਚ ਵੀ ਇਲੈਕਸ਼ਨ ਹੋਣੀ ਹੈ ਪਾਰਲੀਮੈਂਟ ਤੋਂ ਪਹਿਲਾਂ। ਉਹ ਕੱਟਣ ਦੇ ਪਿੱਛੇ ਕਾਂਗਰਸ ਪਾਰਟੀ ਉਹਨਾਂ ਤੇ ਰੋਕਾਂ ਲਾਉਣ ਨੂੰ ਤਿਆਰ ਹੋਏਗੀ ਕਿ ਅਸੀਂ ਤੁਹਾਡੀ ਸਪੋਰਟ ਤਦ ਕਰਾਂਗੇ ਜੇਕਰ ਮੰਨ ਲਓ, ਮੈਂ ਮੰਨ ਲਓ ਕਰਕੇ ਚੱਲਦਾ ਇੱਥੇ ਵੀ ਜੇਕਰ ਇਹਨਾਂ ਸੂਬਿਆਂ ਦੇ ਵਿੱਚ ਤੁਸੀਂ ਸਾਡਾ ਵੋਟ ਖਰਾਬ ਨਹੀਂ ਕਰੋਗੇ, ਸਾਡੇ ਵਿੱਚ ਦਖਲ ਨਹੀਂ ਦਿਓਗੇ, ਤੁਸੀਂ ਸਿੱਧਮ ਸਿੱਧੇ ਇਹ ਨਹੀਂ ਨਾ ਵੀ 8% ਵੋਟ ਤੁਸੀਂ ਲੈ ਗਏ ਫਿਰ ਅਸੀਂ ਬੀਜੇਪੀ ਤੋਂ ਹਾਰ ਜਾਵਾਂਗੇ, ਐਦਾਂ ਦੀ ਸਿਚੁਏਸ਼ਨ ਨਹੀਂ ਬਣਾਓਗੇ। ਮਤਲਬ ਉਹ ਚਾਹੁੰਦੇ ਨੇ ਦੋਨਾਂ ਧਿਰਾਂ ਦੇ ਵਿੱਚ ਐਮੀਕੇਬਲੀ ਕੋਈ ਐਦਾਂ ਦਾ ਸਮਝੌਤਾ ਹੋਵੇ। ਪੰਜਾਬ ਵਾਲੇ ਚਾਹੁੰਦੇ ਨੇ ਵੀ ਇਹ 'ਚ ਐਦਾਂ ਦਾ ਸਮਝੌਤਾ ਹੋਵੇ ਕਿ ਸਰਕਾਰੀ ਦਰਬਾਰੇ ਸਾਡੇ ਨਿੱਕੇ ਮੋਟੇ ਕੰਮ ਹੋਣ, ਸਾਡੀ ਵੀ ਸੁਣਵਾਈ ਹੋਵੇ। ਤੇ ਇਹ ਜਿਹੜਾ ਇਮੇਜ ਬਣਾਇਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਨੇ ਬਹੁਤ ਕਰਪਸ਼ਨ ਕੀਤੀ ਹੈ, ਇਹ ਜਿਹੜਾ ਮਤਲਬ ਜਿਹੜਾ ਧੱਬਾ ਹੈ ਇਹ ਧੋਤਾ ਜਾਵੇ। ਕਿਉਂਕਿ ਪਿਛਲੇ ਸਮੇਂ ਮੁੱਖ ਮੰਤਰੀ ਪੰਜਾਬ ਨੇ ਇੱਕ ਬੜਾ ਅਜੀਬ ਐਲਾਨ ਕਿ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਜੀ ਇਸ ਡੇਟ ਤੱਕ ਆਹਾ ਬਾਰੇ ਬਿਆਨ ਦੇਣ, ਸੱਚ ਦੱਸਣ, ਤੇ ਨਹੀਂ ਫਿਰ ਮੈਨੂੰ ਪਤਾ ਹੈ, ਮੇਰੇ ਕੋਲੇ ਸਾਰੇ ਸਬੂਤ ਨੇ। ਮਤਲਬ ਇਹ ਜਿਹੜੀ ਚੀਜ਼ ਹੈ ਕਾਂਗਰਸ ਸਰਕਾਰ ਜ਼ਰੂਰ ਚਾਹੂਗੀ ਵੀ ਇਸ ਤਰ੍ਹਾਂ ਦੇ ਬਿਆਨ ਦੇਣਾ ਤੇ ਇਹਨਾਂ ਤੇ ਰੋਕ ਲੱਗ ਜੂਗੀ ਵੀ ਤੁਸੀਂ ਇਹਨਾਂ ਨਾਲ ਮਿਲ ਜੁਲ ਕੇ ਚੱਲੋ, ਤੇ ਉਹਦੇ ਨਾਲ ਦੇਖੇ ਆਊਗੀ ਕਿ ਕਾਂਗਰਸ ਦੀਆਂ ਜਿਹੜੀਆਂ ਇਤਰਾਜ਼ਯੋਗ ਗਤੀਵਿਧੀਆਂ ਜਾਂ ਆਪਾਂ ਕਹੀਏ ਬੇਨਿਯਮੀਆਂ ਕਿਸੇ ਹੱਦ ਤੱਕ ਪਰਦੇ ਦੇ ਪਿੱਛੇ ਸਮਝੌਤਾ ਹੋਣ ਦੀ ਗੱਲ ਹੈ ਕਿ ਇਸ ਤੇ ਪਰਦਾ ਪਾ ਦਿੱਤਾ ਜਾਵੇ, ਇਹਨੂੰ ਹੋਰ ਉਭਾਰਿਆ ਨਾ ਜਾਵੇ। ਮੈਨੂੰ ਇਹ 'ਚੋਂ ਕੁੱਲ ਮਿਲਾ ਕੇ ਇਹ ਗੱਲ ਨਿਕਲਦੀ ਲੱਗਦੀ ਹੈ। ਤੇ ਨਾਲ ਜਿਹੜੇ ਉਹ ਸੂਬੇ ਨੇ ਜਿੱਥੇ ਆਮ ਆਦਮੀ ਦਾ ਪ੍ਰਭਾਵ ਘੱਟ ਹੈ, ਜਿਨ੍ਹਾਂ 'ਚ ਹੁਣ ਚੋਣ ਹੋਣੀ ਹੈ ਪਾਰਲੀਮੈਂਟ ਤੋਂ ਪਹਿਲਾਂ, ਉਹਨਾਂ ਸੂਬਿਆਂ 'ਚ ਜੇਕਰ ਆਮ ਆਦਮੀ ਪਾਰਟੀ ਸਹਿਯੋਗ ਦਿੰਦੀ ਹੈ। ਹੁਣ ਇਹਦੇ ਵਿੱਚ ਅਸਲ ਗੱਲ ਜਿਹੜਾ ਜੇ ਆਪਾਂ ਇਹਦਾ ਸਿੱਟਾ ਕੱਢੀਏ, ਸਿੱਟਾ ਇਹ ਨਿਕਲਦਾ ਹੈ ਕਿ ਜੇਕਰ ਇਹ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੰਨਣਾ ਪੈ ਗਿਆ, ਮੈਂ ਇਹਦੀ ਤੁਲਨਾ ਨਹੀਂ ਕਰਦਾ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸਟੇਟਾਂ ਦੇ ਵਿੱਚ ਜਾਂ ਰਾਜ ਪ੍ਰਬੰਧਾਂ ਵਿੱਚ ਇੱਦਾਂ ਦੇ ਸਮਝੌਤੇ ਹੁੰਦੇ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਗਰੇਜ਼ਾਂ ਨੂੰ ਲੱਗਿਆ ਕਿ ਮਹਾਰਾਜਾ ਰਣਜੀਤ ਸਿੰਘ ਬਹੁਤ ਤਾਕਤਵਰ ਹੈ, ਕਿਤੇ ਇਹ ਸਾਡਾ ਰਾਜ ਦੇ ਵਿੱਚ ਦਖਲ ਦੇ ਕੇ ਅੱਗੇ ਨਾ ਵੱਧ ਜੇ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਲੱਗਿਆ ਜਾਂ ਉਹਦੇ ਸਲਾਹਕਾਰਾਂ ਨੇ ਦੱਸਿਆ ਕਿ ਬ੍ਰਿਟਿਸ਼ ਅੰਪਾਇਰ ਵੀ ਬਹੁਤ ਵੱਡਾ ਹੈ, ਕਿਤੇ ਇਹ ਸਾਡੇ ਤੇ ਕਬਜ਼ਾ ਨਾ ਕਰ ਲੇ। ਤਾਂ ਦੋਨਾਂ ਨੇ ਇੱਕ ਸਮਝੌਤਾ ਕਰ ਲਿਆ ਕਿ ਜਿੰਨਾ ਚਿਰ ਆਪਾਂ ਰਵਾਂਗੇ ਸਤਲੁਜ ਤੋਂ ਇੱਧਰ ਤੁਸੀਂ ਨਹੀਂ ਲੰਘੋਗੇ, ਸਤਲੁਜ ਤੋਂ ਇੱਧਰ ਅਸੀਂ ਨਹੀਂ ਲੰਘਾਂਗੇ। ਮਤਲਬ ਇਹ ਮੈਂ ਐਗਜ਼ਾਮਪਲ ਤਾਂ ਰਿਹਾ ਕਿ ਇਹਦੇ ਵਿੱਚ ਇਹ ਹੋਊਗਾ ਕਿ ਦਿੱਲੀ 'ਚ ਕਾਂਗਰਸ ਆਪਣੀ ਐਕਸਪੈਂਸ਼ਨ ਨਾ ਕਰੇ ਤੇ
ਬਾਕੀ ਸੂਬਿਆਂ 'ਚ ਆਮ ਆਦਮੀ ਪਾਰਟੀ ਆਪਣੀ ਐਕਸਪੈਂਸ਼ਨ ਤੇ ਆਪਣੇ ਵਾਧੇ ਤੇ ਰੋਕ ਲਗਾਵੇ ਤੇ ਇਹ ਰਲ ਮਿਲ ਕੇ ਚੱਲਣ। ਜੇਕਰ ਉਹ ਸਮਝੌਤੇ 'ਚ ਪਰਦੇ ਦੇ ਪਿੱਛੇ ਕਾਮਯਾਬ ਹੋ ਜਾਂਦੇ ਨੇ ਤਦ ਹੋ ਸਕਦਾ ਹੈ ਕਿ ਰਾਜ ਸਭਾ ਵਾਲੇ ਸਮਝੌਤੇ ਤੇ ਵੀ ਇਹ ਕੋਈ ਗੱਲ ਆ ਜਾਵੇ ਕਿ ਅੱਧਾ ਦੇਸ਼ ਨੂੰ ਆਪਾਂ ਰੋਕਣ 'ਚ ਕਾਮਯਾਬ ਹੋ ਜਾਈਏ। ਇਸ ਤੋਂ ਬਿਨਾਂ ਜੇਕਰ ਕੇਂਦਰ ਦੀ ਲੀਡਰਸ਼ਿਪ ਕਾਂਗਰਸ ਦੀ ਉਹਨੂੰ ਵੀ ਸੂਟ ਕਰਦਾ ਹੈ, ਇੰਡੀਪੈਂਡੈਂਟਲੀ ਵੀ ਸਰਕਾਰ ਦੀ ਖਿੱਲੀ ਉਡਾਉਣ ਲਈ ਵੀ ਦੇਖੋ ਜੀ ਅੱਧਾ ਦੇਸ਼ ਤਾਂ ਪਾਸ ਨਹੀਂ ਹੋਇਆ, ਉਹਨਾਂ ਨੂੰ ਵੀ ਇਹ ਸੂਟ ਕਰਦਾ ਹੈ, ਬੀਜੇਪੀ ਨੂੰ ਰੋਕਣ ਲਈ ਵੀ। ਪਰੰਤੂ ਇਹ ਹੈ ਕਿ ਇਹਦੇ ਨਾਲ ਉਹਨਾਂ ਨੂੰ ਡਰ ਹੈ ਕਿ ਸਟੇਟਾਂ ਦੀਆਂ ਜਿਹੜੀਆਂ ਸਰਕਾਰਾਂ ਨੇ, ਜਿਵੇਂ ਪੰਜਾਬ ਦੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਹੈ ਜਿਹੜੀ ਕਿ ਬਗਾਵਤ ਨਾ ਕਰਦੇ ਕਿ ਸਾਨੂੰ ਤਾਂ ਰੋਜ਼ ਇਹ ਤੰਗ ਕਰਦੇ ਨੇ ਤੇ ਉੱਥੇ ਸਮਝੌਤਾ ਕਰਕੇ ਫਾਇਦਾ ਲੈ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਇਹ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਸੇ ਕਰਕੇ ਆਪਾਂ ਅਕਸਰ ਕਹਿੰਦੇ ਹਾਂ ਕਿ ਜਿਹੜੇ ਰਾਜਨੀਤਿਕ ਸਮਝੌਤੇ ਨੇ ਇਹਨਾਂ 'ਚ ਕਦੇ ਵੀ ਕੋਈ ਪਾਬੰਦੀ ਨਹੀਂ ਹੁੰਦੀ। ਰਾਜਨੀਤੀ ਸੰਭਾਵਨਾਵਾਂ ਦਾ ਖੇਲ ਹੈ, ਇਹ 'ਚ ਨਵੀਆਂ ਸੰਭਾਵਨਾਵਾਂ ਤਲਾਸ਼ ਲਈਆਂ ਜਾਂਦੀਆਂ ਨੇ ਤੇ ਇਹ ਇੱਕ ਨਵੀਂ ਸਿਚੁਏਸ਼ਨ ਬਣੀ ਹੈ। ਇਹਦੇ ਵਿੱਚ ਦੋਨੇ ਪਾਰਟੀਆਂ ਨਵੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇੱਕ ਲੱਗ ਰਿਹਾ ਹੈ ਕਿ ਸ਼ਾਇਦ ਇਸ ਵਿੱਚ ਇੱਧਰ ਨੂੰ ਕੋਈ ਕੰਸੈਂਸਸ ਵੱਧ ਜੇ ਕਿ ਬੈਠ ਕੇ ਕੋਈ ਗੱਲ ਤੈਅ ਹੋ ਜੇ ਕਿ ਤੁਹਾਡੀ ਸੀਮਾ ਆ ਹੈ, ਸਾਡੀ ਸੀਮਾ ਆ ਹੈ, ਉਹ ਸੀਮਾ ਵਿੱਚ ਬੀਜੇਪੀ ਦੇ ਖਿਲਾਫ ਆਪਾਂ ਇੰਨੀ ਕੁ ਦੇਰ ਰਲ ਕੇ ਚੱਲੀਏ। ਉਹ 'ਚ ਕਿੰਨਾ ਕਾਮਯਾਬ ਹੁੰਦੇ ਨੇ ਕਿੰਨਾ ਨਹੀਂ ਇਹ ਸਮਾਂ ਦੱਸੇਗਾ ਜੀ। ਬਿਲਕੁਲ ਸਮਾਂ ਦੱਸੇਗਾ। ਸੋ ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੈਕਗਰਾਉਂਡ ਤੋਂ ਲੈ ਕੇ ਹੁਣ ਤੱਕ ਸਾਰਾ ਮਾਮਲਾ ਖੋਲ੍ਹ ਕੇ ਦਰਸ਼ਕਾਂ ਅੱਗੇ ਰੱਖਿਆ। ਧੰਨਵਾਦ ਜੀ। ਸੋ ਦੋਸਤੋ, ਬੜਾ ਅਹਿਮ ਇਸ਼ੂ ਸੀ ਜਿਹਦੇ ਤੇ ਧਾਲੀਵਾਲ ਸਾਹਿਬ ਨਾਲ ਅੱਜ ਅਸੀਂ ਗੱਲਬਾਤ ਕੀਤੀ। ਤੁਸੀਂ ਕੀ ਸੋਚਦੇ ਹੋ ਇਸ ਇਸ਼ੂ ਬਾਰੇ? ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਸਾਨੂੰ ਕਮੈਂਟ ਬਾਕਸ ਵਿੱਚ ਉਹ ਰੱਖ ਸਕਦੇ ਹੋ। ਧੰਨਵਾਦ।